ਇਹ ਜਿਹੜਾ ਸਿਮਰਨ ਮੈਂ ਥੋੜਾ ਜਿਹਾ ਤੇਜ਼ ਕਰਦਾ ਕਿਉਂਕਿ ਇੱਥੇ ਆਪਣੇ ਜਿਹੜੇ ਗੁਰਮੁਖ ਨਵੇਂ ਬਹੁਤ ਲੱਗੇ ਨੇ ਤਾਂ ਉਹਨਾਂ ਵਾਸਤੇ ਸਿਮਰਨ ਜਿਹੜਾ ਥੋੜਾ ਜਿਹਾ ਤੇਜ਼ ਹੋਏ ਤਾਂ ਉਹ ਸੋਹਣਾ ਉਹਨਾਂ ਦਾ ਮਨ ਜਿਹੜਾ ਜੁੜ ਜਾਂਦਾ ਹੈ। ਤੇ ਨਾਲ ਇਹਨੂੰ ਕੰਨਾਂ ਨਾਲ ਸੁਣਨਾ ਹੈ। ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵੇ ਹਰ ਦਵਾਰ ਸੁਆਮੀ। ਕਿ ਜਿਹੜਾ ਸਿਮਰਨ ਮਹਾਰਾਜ ਕਹਿੰਦੇ ਨੇ ਕਰਨਾ ਹੈ ਤੇ ਕੰਨਾਂ ਨਾਲ ਸੁਣਨਾ ਹੈ ਤੇ ਫਿਰ ਉਹ ਹਰੀ ਦਾ ਦਵਾਰ ਹੈ ਜਿਹੜਾ 10ਵਾਂ ਦਵਾਰ, ਉੱਥੇ ਸੁੱਖ ਮਿਲੇਗਾ। ਉਹਨੂੰ ਹਰਮੰਦਰ ਵੀ ਜਦੋਂ ਆਪਾਂ ਅੰਦਰ ਚਲੇ ਜਾਂਦੇ ਆ ਉਹਨੂੰ ਹਰੀ ਦਾ ਮੰਦਰ ਵੀ ਕਹਿ ਦਿੰਦੇ ਨੇ। ਤੇ ਆਓ ਗੁਰਮੁਖ ਪਿਆਰਿਓ, ਅਗਲਾ ਜਿਹੜੀ ਕਿਹਾ ਪੜ ਪੜ ਪੰਡਤ ਬਾਦ ਵਖਾਣੇ ਭੀਤਰ ਹੁੰਦੀ ਵਸਤ ਨਾ ਜਾਣੇ। ਗੁਰਮੁਖ ਪਿਆਰਿਓ ਹੋਰ ਵੀ ਗੁਰਬਾਣੀ 'ਚ ਦੱਸਿਆ ਹੈ, ਪੰਡਤ ਪੜ ਪੜ ਉੱਚੀ ਕੂਕਦਾ ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨਾ ਚੀਨੀ ਮਨ ਮੂਰਖ ਗਵਾਰ। ਮਹਾਰਾਜ ਕਹਿੰਦੇ ਨੇ ਕਿ ਇਹ ਸਿਰਫ ਮਾਇਆ ਜਿਹੜੀ ਆਪਾਂ ਬਾਹਰਲੀ ਹੈ ਕਮਾਉਣ ਦੀ ਖਾਤਰ ਇਹ ਉੱਚੀ ਉੱਚੀ ਲੋਕਾਂ ਨੂੰ ਬਾਹਰ ਬੋਲ ਕੇ ਤਾਂ ਸੁਣਾਉਂਦਾ ਹੈ, ਲੇਕਿਨ ਆਪ ਇਹਦਾ ਕੋਈ ਪ੍ਰੈਕਟੀਕਲ ਨਹੀਂ, ਇਹਨੇ ਅੰਦਰ ਬ੍ਰਹਮ ਜਿਹੜਾ ਨਹੀਂ ਖੋਜਿਆ। ਤੇ ਇੱਥੇ ਵੀ ਇਹੀ ਦੱਸਿਆ ਹੈ, ਪੜ ਪੜ ਪੰਡਤ ਬਾਦ ਵਿਖਾਣੇ, ਵੀ ਉਹ ਬਹਿਸਾਂ 'ਚ ਪਈ ਜਾਂਦਾ ਹੈ। ਜਿਵੇਂ ਮੇਰੇ ਵੀ ਇੱਕ ਪਤਾ ਨਹੀਂ ਕੌਣ ਹੈ ਗੁਰਮੁਖ, ਉਹ ਮੈਨੂੰ ਬਾਅਦ 'ਚ ਪਤਾ ਲੱਗਾ ਹਮ ਚਾਕਰ ਗੋਬਿੰਦ ਕੇ ਐਵੇਂ ਪੁੱਠੇ ਸਿੱਧੇ ਜਿਹੇ ਉਹ ਮੇਰੇ ਕਰਦਾ ਸੀ ਆਣ ਕੇ ਕਮੈਂਟ, ਤਾਂ ਮੈਂ ਉਹਨੂੰ ਫਿਰ ਬੰਦ ਕਰ ਦਿੱਤਾ। ਇਹ ਵਾਦ ਵਿਵਾਦ ਵਾਲੀ ਗੱਲ ਨਹੀਂ ਹੈ ਗੁਰਮੁਖ ਪਿਆਰਿਓ। ਇਹ ਤਾਂ ਜਿੰਨਾ ਤੁਹਾਨੂੰ ਮਹਾਰਾਜ ਨੇ ਜਿਹੋ ਜਿਹੀ ਸੋਚ ਦਿੱਤੀ ਹੈ, ਜਿਹੋ ਜਿਹੀ ਸੁੱਧ ਦਿੱਤੀ ਹੈ, ਜਿਹੋ ਜਿਹੀ ਬੁੱਧ ਦਿੱਤੀ ਹੈ, ਤੇ ਜੇ ਤੁਸੀਂ ਆਪਣਾ ਆਪ ਨੂੰ ਅਰਪਣ ਕਰ ਦਿੰਦੇ ਹੋ, ਜੋ ਘਟਾਉਂਦਾ ਤੁਹਾਡੇ ਮੂੰਹ 'ਚੋਂ ਉਹੀ ਨਿਕਲਣਾ। ਇਹ ਆਪਣੀ ਬੁੱਧ ਜਿਹੜੀ ਇੱਥੇ ਕੰਮ ਨਹੀਂ ਕਰਦੀ। ਤੇ ਜੋ ਮਾਲਕ ਸੋਝੀ ਬਖਸ਼ਦਾ ਹੈ, ਜਿੰਨੀ ਉਹ ਸੋਝੀ ਦੇ ਅਨੁਸਾਰ ਹੀ ਇਹ ਵਿਚਾਰ ਜਿਹੜੀ ਹੁੰਦੀ ਹੈ। ਜਿਹੜਾ ਪੰਡਿਤ ਸੀ ਉਹਨੂੰ ਜਿਹੜਾ ਉਹ ਬਾਦ ਵਿਵਾਦ 'ਚ ਬਹੁਤ ਪੈਂਦਾ ਸੀ, ਬਹਿਸ ਬਹੁਤ ਕਰਦਾ ਹੈ। ਜਿਵੇਂ ਬਾਬਾ ਨਾਮਦੇਵ ਜੀ ਵੀ ਇੱਕ ਸ਼ਬਦ ਦੇ ਵਿੱਚ ਦੱਸ ਰਹੇ ਨੇ ਕਿ ਜਲ ਕੀ ਮਛਲੀ ਜਿਹੜੇ ਖਜੂਰ ਜਿੱਥੇ ਦੱਸਿਆ ਹੈ ਜਿਨ ਹਰ ਪਾਇਓ ਤਿਨੇ ਛਪਾਇਓ। ਤੇ ਨਾਲ ਉਹਨਾਂ ਦੂਜੀ ਪੰਕਤੀ 'ਚ ਲਿਖਿਆ ਹੈ, ਪੰਡਤ ਹੋ ਕੇ ਬਾਦ ਵਖਾਣੇ ਮੂਰਖ ਨਾਮ ਦਿਓ ਰਾਮੇ ਜਾਣੇ। ਉਹ ਕਈ ਇੱਕ ਹੀ ਪੰਕਤੀ ਪੜ੍ਹ ਕੇ ਕਹਿ ਦਿੰਦੇ ਨੇ ਕਿ ਜਿਹੜਾ ਪਾ ਲੈਂਦਾ ਉਹ ਛਪਾ ਲੈਂਦਾ ਹੈ, ਲੇਕਿਨ ਅਗਲੀ ਪੰਕਤੀ 'ਚ ਬਾਬਾ ਨਾਮਦੇਵ ਜੀ ਦੱਸ ਰਹੇ ਨੇ ਕਿ ਇਹ ਬਾਦ ਵਿਵਾਦ ਪੰਡਿਤ ਨੂੰ ਕਹਿ ਰਹੇ ਨੇ ਤੂੰ ਕਰਦਾ ਹੈ, ਕਿ ਜਿਹੜਾ ਪਾ ਲੈਂਦਾ ਕਿ ਉਹੀ ਛਪਾ ਲੈਂਦਾ ਹੈ। ਤੇ ਫਿਰ ਉਹਨਾਂ ਨੇ ਅਗਲੀ ਪੰਕਤੀ ਵਿੱਚ ਬਿਲਕੁਲ ਸਾਫ਼ ਕਰ ਦਿੱਤਾ, ਪੰਡਤ ਹੋ ਕੇ ਬਾਦ ਬਖਾਣੇ ਮੂਰਖ ਨਾਮ ਦਿਓ ਰਾਮੇ ਜਾਣੇ। ਕਿ ਤੁਸੀਂ ਮੈਨੂੰ ਮੂਰਖ ਕਹਿੰਦੇ ਹੋ, ਮੈਂ ਉਸ ਪਰਮਾਤਮਾ ਨੂੰ ਜਾਣਦਾ ਹਾਂ, ਉਹਦੇ ਦਰਸ਼ਨ ਕੀਤੇ ਹੋਏ ਨੇ। ਕਿਉਂਕਿ ਗੁਰੂ ਗ੍ਰੰਥ ਮਹਾਰਾਜ ਇਹ ਸੱਚੇ ਪਾਤਸ਼ਾਹ ਗੱਲ ਹੀ ਇੱਕ ਦੀ ਕਰਦੇ ਨੇ, ਸ਼ੁਰੂ ਹੀ ਇੱਕ ਨੰਬਰ ਤੋਂ ਹੁੰਦਾ, ਠੀਕ ਹੈ ਨਾ। ਉਸ ਪਰਮਾਤਮਾ ਦੇ ਨੂੰ ਪਹੁੰਚਣ ਤੱਕ ਦੀ ਗੱਲ ਲਿਖੀ ਹੈ, ਉਹਦੇ ਦਰਸ਼ਨ ਕਰਨ ਤੱਕ ਦੀ ਗੱਲ ਲਿਖੀ ਹੈ, ਉਹਦਾ ਸਰੂਪ ਲਿਖਿਆ ਕਿਸ ਤਰ੍ਹਾਂ ਦਾ ਹੈ, ਠੀਕ ਹੈ ਨਾ। ਤੇ ਉਸ ਤਰ੍ਹਾਂ ਮਹਾਰਾਜ ਇਸ ਸ਼ਬਦ ਵਿੱਚ ਵੀ ਪੰਡਿਤ ਨੂੰ ਕਹਿ ਰਹੇ ਨੇ ਕਿ ਤੂੰ ਪੜ੍ਹ ਪੜ੍ਹ ਕੇ, ਕਿਉਂਕਿ ਆਉਂਦਾ ਨਾ ਪੜ੍ਹ ਪੜ੍ਹ ਗੱਡੀ ਲੱਦੀਏ, ਪੰਡਿਤ ਪੜ੍ਹ ਕੇ ਗਿਆਨ ਬੜਾ ਇਕੱਠਾ ਕਰ ਲੈਂਦੇ ਸੀ ਔਰ ਫਿਰ ਬਹਿਸ ਕਰਦੇ ਸੀ ਇੱਕ ਦੂਜੇ ਨੂੰ। ਤੇ ਮਹਾਰਾਜ ਕਹਿੰਦੇ ਤੁਸੀਂ ਬਾਦ ਵਿਵਾਦ 'ਚ ਪਏ ਹੋਏ ਹੋ, ਲੇਕਿਨ ਭੀਤਰ ਹੁੰਦੀ ਵਸਤ ਨਾ ਜਾਣੇ, ਕਿ ਜਿਹੜੀ ਮਾਲਕ ਨੇ ਤੁਹਾਡੇ ਅੰਦਰ ਵਸਤੂ ਰੱਖੀ ਹੈ, ਠੀਕ ਹੈ ਨਾ, ਤੇ ਉਹ ਤੁਸੀਂ ਜਾਣਦੇ ਨਹੀਂ, ਉਹਦੇ ਬਾਰੇ ਖੋਜ ਨਹੀਂ ਕੀਤੀ। ਤੇ ਮਿਲੇਗੀ ਤੇ ਤਾਂ ਜੇ ਆਪਾਂ ਨੂੰ ਕਈਆਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ, ਆਪਾਂ ਆਪਣੀ ਮੱਤ ਅਨੁਸਾਰ ਲੱਗੇ ਨੇ। ਤੇ ਜਦੋਂ ਆਪਾਂ ਗੁਰੂ ਦੀ ਮੱਤ ਅਨੁਸਾਰ ਚੱਲਦੇ ਹਾਂ ਤੇ ਉਦੋਂ ਇਹ ਆਪਾਂ ਨੂੰ ਸਾਰਾ ਮਹਾਰਾਜ ਪ੍ਰਾਪਤੀ ਕਰਵਾਉਂਦਾ ਹੈ। ਕਿਉਂਕਿ ਬਹੁਤ ਸਾਰਿਆਂ ਨੂੰ ਆਪਾਂ ਨੂੰ ਭੁਲੇਖਾ ਹੈ ਕਿ ਇੱਕ ਇੱਦਾਂ ਦਾ ਗੁਰੂ ਹੋਣਾ ਚਾਹੀਦਾ ਹੈ। ਉਹਨੇ ਵੀ ਗੁਰਮੁਖ ਪਿਆਰੇ ਜੋ ਗੁਰਬਾਣੀ 'ਚ ਲਿਖ ਦਿੱਤਾ ਗੁਰੂ ਸਾਹਿਬ ਨੇ, ਇੱਦਾਂ ਦਾ ਸਰੀਰ ਨੂੰ ਉਹ ਗਿਆਨ ਉਹਨਾਂ ਨੂੰ ਹੋ ਹੀ ਨਹੀਂ ਸਕਦਾ। ਉਹਦਾ ਐਡਾ ਵੱਡਾ ਗਿਆਨ ਹੈ, ਉਹ ਇਹੋ ਜਿਹਾ ਸਰੀਰ ਸਾਡੇ ਵਰਗਾ ਕਿੱਥੋਂ ਗਿਆਨ ਲਾਏਗਾ। ਇਸ ਕਰਕੇ ਮਹਾਰਾਜ ਨੇ ਕੋਲੋਂ ਜੋ ਵੀ ਤੁਹਾਨੂੰ ਪੁੱਛਣਾ ਹੈ, ਪੁੱਛਣਾ ਆਉਣਾ ਹੋਣਾ ਚਾਹੀਦਾ ਹੈ।
ਉਹ ਸਭ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੇ ਲਿਖਿਆ ਹੈ ਤੇ ਉਹੀ ਆਪਣਾ ਗੁਰੂ ਹੈ, ਪੂਰਨ ਗੁਰੂ ਹੈ। ਠੀਕ ਹੈ ਨਾ। ਬ੍ਰਹਮ ਦਾ ਗਿਆਨ ਹੈ ਇਹਦੇ ਵਿੱਚ, ਲੇਟੈਸਟ ਤੇ ਗ੍ਰੇਟੈਸਟ ਇਹਦੇ ਵਿੱਚ ਬ੍ਰਹਮ ਗਿਆਨ ਹੈ। ਹੁਣ ਆਪਾਂ ਨੂੰ ਪੜ੍ਹ ਕੇ ਸਮਝ ਆਈ ਜਾਂਦੀ ਹੈ ਨਾ, ਜਿਉਂ-ਜਿਉਂ ਅਭਿਆਸ ਕਰਦੇ ਹਾਂ। ਤਾਂ ਹੁਣ ਜਿਹੜਾ ਹੈ ਇਹ ਗੱਲ ਕਹਿੰਦਾ ਹੈ, ਉਹਦਾ ਮਤਲਬ ਇਹੀ ਹੁੰਦਾ ਹੈ ਕਿ ਮੇਰੇ ਕੋਲ ਜੀਵ ਆਵੇ, ਮੈਨੂੰ ਪੈਸੇ ਦੇਵੇ, ਮੇਰੇ ਨਾਲ ਜੁੜੇ, ਤੇ ਮਾੜਾ ਮੋਟਾ ਉਹਨੂੰ ਦੱਸ ਛੱਡਣਾ। ਉਹਨੂੰ ਪੁੱਛ ਲਓ ਵੀ ਅੰਮ੍ਰਿਤ ਕਿਵੇਂ ਆਉਂਦਾ, ਦੱਸ ਨਹੀਂ ਸਕੇਗਾ। ਉਹਨੂੰ ਪੁੱਛ ਲਓ ਪਰਮਾਤਮਾ ਕਿੱਥੇ ਹੈ, ਪੁੱਛੋ ਠਾਕਰ ਮੇਰਾ, ਪੁੱਛੋ ਸੰਤ ਮੇਰਾ ਠਾਕਰ ਕੈਸਾ। ਜੇ ਉਹ ਕਹਿੰਦਾ ਵੀ ਮੈਂ ਸੰਤ ਆ, ਮੈਂ ਗੁਰੂ ਬਣਦਾ, ਤੇ ਮਹਾਰਾਜ ਉਹਨੂੰ ਪੁੱਛੋ ਵੀ ਪਰਮਾਤਮਾ ਦੇ ਦਰਸ਼ਨ ਕਰਾ, ਫਿਰ ਦੱਸ, ਪਤਾ ਨਹੀਂ ਹੋਏਗਾ। ਜਿਹੜਾ ਸੱਚਾ ਸੰਤ ਭਗਤ ਹੈ ਗੁਰਮੁਖ ਪਿਆਰਿਓ, ਉਹ ਆਪਣੇ ਆਪ ਨੂੰ ਕਦੇ ਵੀ ਅੱਗੇ ਨਹੀਂ ਰੱਖਦਾ, ਉਹ ਦੱਸਦਾ ਹੀ ਨਹੀਂ ਮੈਂ ਸੰਤ ਆ, ਮੈਂ ਭਗਤ ਆ। ਇਸ ਕਰਕੇ ਧੋਖਾ ਨਾ ਖਾਓ, ਇਹ ਪੈਸਾ ਨਾ ਆਪਣਾ ਖਰਾਬ ਕਰੋ। ਉਹ ਸੰਗਤ 'ਚ ਜਾਓ ਜਿੱਥੇ ਨਾਮ ਦਾ ਭੇਦ ਦਿੱਤਾ ਜਾਂਦਾ ਹੈ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਪਖੰਡੀ ਕੋਲ ਨਹੀਂ ਜਾਣਾ, ਜਿਹੜਾ ਧਾਗੇ ਤਵੀਤ ਕਰਕੇ ਦਿੰਦਾ ਉਹਦੇ ਕੋਲ ਨਹੀਂ ਜਾਣਾ, ਜਿਹੜਾ ਨਾਮ ਦਾ ਭੇਦ ਨਹੀਂ ਦਿੰਦਾ ਉਹਦੇ ਕੋਲ ਨਹੀਂ ਜਾਣਾ। ਉਹ ਸੰਗਤ 'ਚ ਜਾਣਾ ਜਿੱਥੇ ਜਾਏ ਬਹੁ ਤਿਤ ਸਤ ਸੰਗਤੀ, ਜਿੱਥੇ ਹਰ ਕਾ ਨਾਮ ਬਲੋਈਏ। ਜੇ ਤਾਂ ਆਪਾਂ ਇਹ ਗੱਲਾਂ ਮੰਨਦੇ ਹਾਂ, ਇਹ ਕਰਦੇ ਹਾਂ, ਫਿਰ ਤਾਂ ਆਪਾਂ ਸਮਝ ਲਓ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਗੁਰੂ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ ਨਾ। ਸ਼੍ਰੀ ਹੁੰਦਾ ਸਰ। ਤੇ ਗੁਰਮੁਖ ਪਿਆਰਿਓ, ਜੇ ਆਪਾਂ ਸੁਣਦੇ ਤਾਂ ਬਾਣੀ ਆ, ਮੱਥਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਆ, ਕਹਿੰਦੇ ਵੀ ਆ, ਤੇ ਪਰ ਇਹ ਅਸਰ ਨਹੀਂ ਕਰਦੇ। ਜਾਂਦੇ ਫਿਰ ਉਹਨਾਂ ਕੋਲ ਹੀ ਆ ਜਿਹੜੇ ਆਪਾਂ ਨੂੰ ਗੁਰੂ ਤੋਂ ਤੋੜਦੇ ਨੇ, ਤੇ ਫਿਰ ਸਮਝ ਲਓ ਵੀ ਅਸੀਂ ਗੁਰੂ ਨੂੰ ਮੰਨਦੇ ਨਹੀਂ, ਸਿਰਫ ਕਹਿੰਦੇ ਹੀ। ਇਹ ਪਹਿਲਾਂ ਪ੍ਰਪੱਕ ਹੋ ਜਾਈਏ ਵੀ ਇਹੀ ਮੇਰਾ ਗੁਰੂ ਹੈ, ਤੇ ਇਹ ਤੋਂ ਹੀ ਮੈਂ ਸਿੱਖਣਾ, ਤੇ ਮੈਂ ਇਹਦੇ ਕੋਲ ਜੋ ਮੈਨੂੰ ਮਿਲ ਜਾਏ ਠੀਕ ਹੈ, ਨਾ ਮਿਲ ਜਾਏ ਤਾਂ ਵੀ ਠੀਕ। ਤੇ ਫਿਰ ਆਪਾਂ ਨੂੰ ਮਹਾਰਾਜ ਪਛਾਣ ਲਏਗਾ ਅੰਦਰੋਂ ਵੀ ਇਹਨੇ ਮੰਨਿਆ ਗੁਰੂ ਨੂੰ, ਕਿਉਂਕਿ ਨਿਰੰਕਾਰ ਵੱਲੋਂ ਥਾਪਿਆ ਗੁਰੂ ਹੈ। ਠੀਕ ਹੈ ਨਾ। ਨਿਰੰਕਾਰ ਵੱਲੋਂ ਥਾਪਿਆ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਫਿਰ ਮਹਾਰਾਜ ਕਹਿੰਦੇ ਨੇ, ਹੋ ਨਾ ਮੂਆ ਮੇਰੀ ਮੂਈ ਬੜਾਏ। ਇਹ ਬੜਾਵਾਂ ਨੇ ਜਿਹੜੀਆਂ ਪੰਜਾਂ ਨੇ ਆਪਾਂ ਨੂੰ ਲਾ ਦਿੱਤੀਆਂ ਨੇ। ਜਦੋਂ ਮਨ ਨੂੰ ਕਹਿੰਦੇ ਨੇ ਨਾ, ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਮਨ ਨੂੰ ਮਾਇਆ ਚੋਂ ਮਾਰਨਾ ਹੈ, ਲੇਕਿਨ ਉਹ ਮਰਦਾ ਨਹੀਂ, ਜੀਵਤ ਰਹਿੰਦਾ। ਕਹਿੰਦੇ ਹੋ ਨਾ ਮੂਆ, ਉਹ ਨਹੀਂ ਮਰਦਾ। ਮਰਦਾ ਕੌਣ? ਮੇਰੀ ਮੂਈ ਬੜਾਏ। ਇਹ ਕਦੋਂ? ਜਦੋਂ ਅਭਿਆਸੀ ਹੁੰਦਾ ਹੈ ਜੀ। ਉਹ ਬੜਾਵਾਂ, ਉਹ ਮਾੜੀਆਂ ਚੀਜ਼ਾਂ, ਮਾੜੀਆਂ ਸੋਚਾਂ, ਕਾਮ ਕ੍ਰੋਧ ਲੋਭ ਹੰਕਾਰ, ਨਿੰਦਾ ਚੁਗਲੀ ਈਰਖਾ ਦਵੈਸ਼ ਨਫ਼ਰਤ ਹੇਰਾ ਫੇਰੀ, ਇਹ ਸਾਰੀਆਂ ਬੜਾਵਾਂ ਖਤਮ ਹੋ ਜਾਂਦੀਆਂ ਨੇ। ਕਹੋ ਨਾਨਕ ਹੋ ਨਾ ਮੂਆ ਮੇਰੀ ਮੂਈ ਬੜਾਏ, ਉਹ ਨਾ ਮੂਆ ਜੋ ਰਿਹਾ ਸਮਾਏ। ਤੇ ਇਹ ਮਾਲਕ ਜਿਹੜਾ ਸਮਾਇਆ ਹੋਇਆ ਹੈ, ਉਹ ਕਦੇ ਨਾ ਮਰਦਾ ਹੈ, ਨਾ ਜੀਂਦਾ ਹੈ, ਨਾ ਆਉਂਦਾ ਹੈ, ਨਾ ਜਾਂਦਾ ਹੈ। ਠੀਕ ਹੈ ਨਾ। ਉਹ ਥਿਰ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਨੇ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ। ਉਹ ਹੈ ਪੂਰਨ ਗੁਰੂ, ਜਿਹਨੇ ਬ੍ਰਹਮ ਦਿਖਾਤਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਨੂੰ ਖੋਲ ਕੇ ਦੱਸਿਆ ਹੈ ਕਿ ਬ੍ਰਹਮ ਦੇ ਦਰਸ਼ਨ ਕਿਵੇਂ ਕਰਨੇ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਜ਼ਰ ਨਾ ਆਇਆ। ਤੇ ਫਿਰ ਉਹਨੂੰ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਜ਼ਰ ਨਾ ਆਇਆ। ਤੇ ਉਹ ਜੀਵ ਜਿਹੜਾ ਉਸ 'ਚ ਸਮਾ ਜਾਂਦਾ ਹੈ, ਨਾ ਉਹ ਮੁੜ ਕੇ ਮਰਦਾ ਹੈ, ਨਾ ਜੀਂਦਾ ਹੈ। ਜਿਹੜਾ ਉਹਦੇ ਉੱਥੇ ਚਲਾ ਜਾਂਦਾ ਹੈ, ਨਾ ਉਹਦਾ ਜਨਮ ਹੁੰਦਾ ਮੁੜ ਕੇ, ਤੇ ਨਾ ਉਹ ਮਰਦਾ ਹੈ ਕਦੇ। ਠੀਕ ਹੈ ਨਾ। ਇਸ ਕਰਕੇ ਗੁਰੂਆਂ ਪਿਆਰਿਓ, ਇਹ ਪਹਿਲਾਂ ਤਾਂ ਗੇਮ ਜਿਹੜੀ ਸਮਝਣੀ ਪੈਣੀ ਚੰਗੀ ਤਰ੍ਹਾਂ। ਤਿੰਨ ਗੁਣ ਮਾਇਆ ਦੇ ਜਿਹੜੇ ਸ਼ਬਦ ਨੇ ਨਾ, ਇਹ 60 ਕੇ ਸ਼ਬਦ ਨੇ ਗੁਰਬਾਣੀ ਵਿੱਚ ਸਾਨੂੰ ਸਮਝਣ ਵਾਸਤੇ ਲਿਖੇ ਨੇ। ਹੁਣ ਜੇ ਸਾਨੂੰ ਤਿੰਨ ਗੁਣ ਮਾਇਆ ਤੇ ਚੌਥੇ ਪਦ ਦਾ ਪੂਰਾ ਜਿੰਨਾ ਚਿਰ ਭੇਦ ਨਹੀਂ ਆਉਂਦਾ, ਅਸੀਂ ਗੁਰਬਾਣੀ ਵੀ ਪੜਾਂਗੇ ਤਾਂ ਸਾਨੂੰ ਸਮਝ ਨਹੀਂ ਆਉਣੀ ਛੇਤੀ। ਠੀਕ ਹੈ ਨਾ। ਇਹ ਸਾਨੂੰ ਉਦੋਂ ਹੀ ਸਮਝ ਆਉਣ ਲੱਗਣੀ ਹੈ ਗੁਰਬਾਣੀ, ਜਦੋਂ ਸਾਨੂੰ ਤਿੰਨ ਗੁਣ ਮਾਇਆ ਦਾ ਖੇਲ ਸਮਝ ਆਉਣ ਲੱਗ ਗਿਆ। ਆਓ ਫਿਰ 5-7 ਦਿਨ
ਫਿਰ 5-7 ਮਿੰਟ ਫਿਰ ਅਭਿਆਸ ਕਰੀਏ, ਫਿਰ ਜੋ ਮਹਾਰਾਜ ਸ਼ਬਦ ਬਖਸ਼ਣਗੇ ਉਹਦੀ ਫਿਰ ਥੋੜੀ ਬਾਲੀ ਵਿਚਾਰ ਕਰ ਲਾਂਗੇ ਆਪਾਂ। ਤੇ ਗੁਰਮੁਖ ਪਿਆਰਿਓ, ਐਂ ਹੀ ਹੋ ਜਾਂਦਾ ਹੈ ਆਨੰਦ ਵੀ ਜਿਵੇਂ ਆਪਾਂ ਆਮਣੇ ਸਾਹਮਣੇ ਬੈਠ ਕੇ ਸਿਮਰਨ ਭਗਤੀ ਕਰਦੇ ਹਾਂ ਇੱਕ ਦੂਜੇ ਨਾਲ, ਇਹ ਸੰਗਤ ਹੋ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਨੇ, ਵਡ ਭਾਗੀ ਸਤ ਸੰਗਤ ਪਾਵੇ, ਭਾਗਹੀਣ ਬਹੁ ਚੋਟਾਂ ਖਾਵੇ। ਫਿਰ ਕਹਿੰਦੇ ਨੇ, ਬਿਨ ਭਾਗਾਂ ਸਤ ਸੰਗ ਨਾ ਲੱਭੇ। ਸਤ ਸੰਗਤ ਇੱਕ ਹੈ, ਸੰਗਤ ਇੱਕ ਹੈ ਸਤ ਸੰਗਤ। ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਤੇ ਜੇ ਸੰਗਤ ਨਹੀਂ ਮਿਲਦੀ ਤੇ ਉਹ ਮੈਲ ਭਰਦੀ ਹੈ ਮਨ ਤੇ, ਠੀਕ ਹੈ ਨਾ। ਆਓ ਫਿਰ ਅਭਿਆਸ ਕਰੀਏ 5-7 ਮਿੰਟ, ਫਿਰ ਆਪਾਂ ਵਿਚਾਰ ਮਹਾਰਾਜ ਜੋ ਦੇਣਗੇ ਕਰਾਂਗੇ। ਵਾਹਿਗੁਰੂ। ਆਪਾਂ ਹੁਣ ਥੋੜਾ ਜਿਹਾ, ਜੇ ਬੰਦਾ ਅਭਿਆਸ ਕਰ ਲੈਂਦਾ ਹੈ ਸਾਲ 2 ਸਾਲ, ਉਹਨੇ ਕਿਵੇਂ ਅਭਿਆਸ ਕਰਨਾ ਹੁੰਦਾ ਹੈ, ਆਓ ਆਪਾਂ ਥੋੜਾ ਜਿਹਾ ਉਸ ਤਰ੍ਹਾਂ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ